ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ। ਸੁਲਤਾਨਪੁਰ ਵਿੱਚ ਜਿੱਥੇ ਮੇਰੀ ਦੀ ਦਾਤਣ ਗੱਡੀ ਹਰੀ ਹੋਈ ਸੀ, ਗੁਰਦੁਆਰਾ ਸ੍ਰੀ ਬੀਰ ਸਾਹਿਬ ਵਾਲੇ ਸਥਾਨ 'ਤੇ ਬੈਠੇ ਸਨ। ਜਿਹੜਾ ਹੁਣ ਪੁਲ ਟੁੱਟਿਆ ਹੋਇਆ ਹੈ, ਇਹ ਬਹਿਲੋਲ ਲੋਧੀ ਦਾ ਬਣਾਇਆ ਹੋਇਆ ਸੀ। ਬਹਿਲੋਲ ਲੋਧੀ ਦੇ ਵੇਲੇ ਪੁਲ ਉੱਪਰੋਂ ਲੰਘਣ ਵਾਲੇ ਪਾਸੋਂ ਵਸੂਲ ਲਿਆ ਕਰਦੇ ਸਨ। ਦੌਲਤ ਖਾਂ ਵੱਲੋਂ ਉੱਥੇ ਇੱਕ ਖੱਤਰੀ ਨੂੰ ਵਸੂਲ ਲੈਣ ਵਾਸਤੇ ਨੌਕਰ ਰੱਖਿਆ ਹੋਇਆ ਸੀ, ਜੋ ਬਾਹਰੋਂ ਮੁਸਲਮਾਨ ਦਾ ਪੱਖੀ ਸੀ, ਜਿਸ ਨੇ ਨੀਲੇ ਬਸਤਰ ਪਾਏ ਹੋਏ ਸਨ। ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਕੁਰਾਨ ਵੀ ਉੱਪਰੋਂ ਹੀ ਪੜ੍ਹਦਾ ਸੀ ਅਤੇ ਅੰਦਰੋਂ ਲੋਕੇ ਹਿੰਦੂ ਦੇਵਤਿਆਂ ਦੀ ਪੂਜਾ ਕਰਦਾ ਸੀ, ਜੋ ਕਿਸੇ ਨੂੰ ਵੀ ਪੁਲ ਤੋਂ ਵਸੂਲ ਲਏ ਤੋਂ ਬਿਨਾਂ ਲੰਘਣ ਨਹੀਂ ਸੀ ਦਿੰਦਾ। ਇੱਕ ਗਰੀਬ ਬ੍ਰਾਹਮਣ ਕਿਸੇ ਵੱਲੋਂ ਦਾਨ ਕੀਤੀ ਗਊ ਦੁਆਬੇ ਵਾਲੇ ਪਾਸੇ ਤੋਂ ਲੈ ਕੇ ਨਦੀ ਤੋਂ ਪਾਰ ਹੋਣ ਵਾਸਤੇ ਆਇਆ। ਜਦ ਪੁਲ ਉੱਪਰੋਂ ਲੰਘਣ ਲੱਗਾ ਤਾਂ ਉੱਥੋਂ ਦੇ ਵਸੂਲੀਏ ਖੱਤਰੀ ਨੇ ਟੈਕਸ ਲੈਣ ਵਾਸਤੇ ਉਸ ਨੂੰ ਰੋਕ ਲਿਆ ਅਤੇ ਕਹਿਣ ਲੱਗਾ ਕਿ ਨਾਲੇ ਤੂੰ ਆਪਣਾ ਅਤੇ ਇਸ ਗਊ ਦਾ ਵਸੂਲ ਦੇ, ਫਿਰ ਲੰਘਣ ਦੇਵਾਂਗਾ। ਗਊ ਅਤੇ ਬ੍ਰਾਹਮਣ ਦੋਵੇਂ ਭੁੱਖੇ ਸਨ। ਉਸ ਵਸੂਲੀਏ ਨੂੰ ਵੇਖ ਕੇ ਗੁਰੂ ਸਾਹਿਬ ਜੀ ਵੀ ਪੁਲ ਵੱਲ ਨੂੰ ਆ ਰਹੇ ਸਨ, ਤਾਂ ਬ੍ਰਾਹਮਣ ਨੇ ਕਿਹਾ ਕਿ ਮੈਂ ਬੜਾ ਗਰੀਬ ਹਾਂ, ਪੈਸਾ ਤਾਂ ਮੇਰੇ ਪਾਸ ਕੋਈ ਹੈ ਨਹੀਂ। ਤੂੰ ਖੱਤਰੀ ਹੈ, ਤੇਰਾ ਧਰਮ ਬਣਦਾ ਹੈ ਕਿ ਤੂੰ ਮੈਨੂੰ ਗਾਂ ਦੇ ਸਮੇਤ ਪਾਰ ਜਾਣ ਦੇਵੇ। ਬ੍ਰਾਹਮਣ ਨੇ ਬਹੁਤ ਕਿਹਾ, ਪਰ ਉਸਨੇ ਪਾਰ ਨਾ ਜਾਣ ਦਿੱਤਾ। ਇਤਨੇ ਚਿਰ ਨੂੰ ਗਊ ਨੇ ਗੋਬਰ ਕਰ ਦਿੱਤਾ, ਤਾਂ ਉਹ ਵਸੂਲੀਏ ਨੇ ਗਊ ਦਾ ਗੋਬਰ ਲੈ ਕੇ ਪੋਚਾ ਦੇ ਕੇ ਠਾਕੁਰਾਂ ਦੀ ਪੂਜਾ ਕੀਤੀ ਅਤੇ ਬ੍ਰਾਹਮਣ ਨੂੰ ਕਰ ਟੈਕਸ ਲਾਇਆ। ਇੰਨੇ ਨੂੰ ਕੋਈ ਹਮਦਰਦੀ ਰਾਹੀ ਆਇਆ, ਉਸਨੇ 4 ਆਨੇ ਦੇ ਕੇ ਗਊ ਅਤੇ ਬ੍ਰਾਹਮਣ ਨੂੰ ਪਾਰ ਲੰਘਾਇਆ। ਉਸ ਵੇਲੇ ਇਸ ਪਖੰਡੀ ਵਸੂਲੀਏ ਨੂੰ ਵੇਖ ਕੇ ਸਤਿਗੁਰੂ ਜੀ ਨੇ ਉਸ ਪੁਲ 'ਤੇ ਇਹ ਪਾਵਨ ਉਪਦੇਸ਼ ਰੂਪ ਵਿੱਚ ਪਾਵਨ ਸ਼ਬਦ ਉਚਾਰਨ ਕੀਤਾ। ਸਲੋਕ ਮਹੱਲਾ ਪਹਿਲਾ। ਗਊ ਬ੍ਰਾਹਮਣ ਕਉ ਕਰ ਲਾਵਹੁ ਗੋਬਰ ਤਰਨ ਨ ਜਾਈ। ਹੇ ਖੱਤਰੀ, ਗਾਂ ਬ੍ਰਾਹਮਣ ਨੂੰ ਕਰ ਟੈਕਸ ਲਾਉਂਦਾ ਹੈ ਅਤੇ ਗਊ ਦੇ ਗੋਹੇ ਨੂੰ ਪਵਿੱਤਰ ਜਾਣ ਕੇ ਪੋਚਾ ਦੇ ਕੇ ਠਾਕੁਰਾਂ ਦੀ ਪੂਜਾ ਕਰ ਲਈ। ਇਹ ਗੋਹੇ ਨਾਲ ਸੰਸਾਰ ਸਮੁੰਦਰ ਤੋਂ ਤਰਨ ਨਾ ਜਾਈ, ਤਰਿਆ ਨਹੀਂ ਜਾਏਗਾ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾਂ ਖਾਈ। ਹੇ ਖੱਤਰੀ, ਤੂੰ ਤੇੜ 3.5 ਗਜ ਦੀ ਧੋਤੀ, ਮੱਥੇ 'ਤੇ ਤਿਲਕ, ਗਲ ਵਿੱਚ ਜਪਮਾਲੀ ਜਪਣ ਵਾਲੀ ਮਾਲਾ ਪਾਈ ਹੈ, ਪਰੰਤੂ ਧਾਨ ਅਨਾਜ ਭਾਵ ਧਨ ਪਦਾਰਥ ਵੱਡੀ ਲੈ ਕੇ ਮਲੇਛਾਂ ਤੁਰਕਾਂ ਦਾ ਖਾਂਦਾ ਹੈ। ਅੰਤਰ ਪੂਜਾ ਪੜ੍ਹੈ ਕਤੇਬਾ, ਸੰਜਮ ਤੁਰਕਾ ਭਾਈ। ਅੰਦਰ ਲੁਕ ਕੇ ਠਾਕੁਰਾਂ ਦਾ ਪੂਜਨ ਕਰਦਾ ਹੈ ਕਿ ਮੁਸਲਮਾਨਾਂ ਨੂੰ ਪਤਾ ਨਾ ਲੱਗ ਜਾਵੇ, ਅਤੇ ਬਾਹਰੋਂ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੀਆਂ ਕਿਤਾਬਾਂ ਭਾਵ ਪੜ੍ਹਦਾ ਹੈ। ਹੇ ਭਾਈ, ਇਹ ਤੇਰਾ ਸੰਜਮ ਸਾਧਨ ਤਰੀਕਾ ਤੁਰਕਾਂ ਵਾਲਾ, ਮੁਸਲਮਾਨਾਂ ਵਾਲਾ ਹੋ ਰਿਹਾ ਜੋ ਤੂੰ ਕਰ ਰਿਹਾ ਹੈ। ਫਿਰ ਪ੍ਰਸ਼ਨ, ਹੈ ਸਤਿਗੁਰੂ ਜੀ, ਫਿਰ ਮੇਰਾ ਆਧਾਰ ਕਿਵੇਂ ਹੋਵੇ? ਸਤਿਗੁਰੂ ਕਿਰਪਾ ਕਰਕੇ ਦੱਸਦੇ ਆ। ਛੋਡੀ ਲੈ ਪਾਖੰਡਾ, ਨਾਮ ਲਇਐ ਜਾਹਿ ਤਰੰਦਾ। ਹੇ ਖੱਤਰੀ, ਇਹ ਧਰਮ ਹੈ ਕਿ ਇਸ ਪ੍ਰਕਾਰ ਦਾ ਪਾਖੰਡਾ ਝੂਠਾ ਅਡੰਬਰ ਕਰਨਾ ਛੱਡ ਦੇ। ਜੇ ਪਰਮੇਸ਼ਰ ਦਾ ਨਾਮ ਲਏਗਾ ਤਾਂ ਤੂੰ ਸੰਸਾਰ ਸਮੁੰਦਰ ਤੋਂ ਤਰੰਦਾ ਤਰ ਜਾਏਗਾ ਅਤੇ ਹੋਰਨਾਂ ਨੂੰ ਵੀ ਤਾਰ ਦੇਏਗਾ। ਮਹੱਲਾ ਪਹਿਲਾ। ਮਾਨਸ ਖਾਣੇ ਕਰਹਿ ਨਿਵਾਜ, ਛੁਰੀ ਵਗਾਇਨ ਤਿਨ ਗਲ ਤਾਗ। ਜੋ ਮਾਨਸ ਮਨੁੱਖ ਨੂੰ ਖਾਣ ਵਾਲੇ ਜ਼ਾਲਮ ਮੁਸਲਮਾਨ ਹਨ, ਉਹਨਾਂ ਨਾਲ ਮਿਲ ਕਰਕੇ ਖੁਸ਼ ਕਰੇ ਨਾਮ ਕਰਨ ਲਈ ਨਿਵਾਜ ਨਮਾਜ਼ਾਂ ਪੜ੍ਹਦਾ ਹੈ, ਅਤੇ ਮੁਸਲਮਾਨਾਂ ਦੇ ਖਾਣ ਲਈ ਛੁਰੀ ਚਲਾ ਕੇ ਮਾਸ ਤਿਆਰ ਕਰਨ ਵਾਲੇ ਨੌਕਰ ਖੱਤਰੀ ਹਨ।
ਉਹਨਾਂ ਦੇ ਗਲ ਵਿੱਚ ਜਨੇਊ ਹਨ। ਗਰੀਬ ਜੀਵਾਂ 'ਤੇ ਹਿੰਸਾ ਰੂਪੀ ਛੁਰੀ ਚਲਾਉਂਦੇ ਹਨ, ਕਲਮ ਰੂਪੀ ਛੁਰੀ ਚਲਾਉਂਦੇ ਹਨ ਅਤੇ ਉਹਨਾਂ ਦੇ ਗਲਾਂ ਵਿੱਚ ਤਾਗ ਜਨੇਊ ਪਾਏ ਹੋਏ ਆ। ਤਿਨ ਘਰ ਬ੍ਰਾਹਮਣ ਪੂਰਹਿ ਨਾਦ, ਉਹਨਾਂ ਪੇ ਆਵਹਿ ਓਈ ਸਾਧ। ਉਹਨਾਂ ਕਸਾਈ ਖੱਤਰੀਆਂ ਦੇ ਘਰ ਬ੍ਰਾਹਮਣ ਆ ਕੇ ਭੋਜਨ ਖਾਂਦੇ ਅਤੇ ਨਾਦ ਸੰਖ ਪੂਰਦੇ ਹਨ। ਉਹਨਾਂ ਬ੍ਰਾਹਮਣਾਂ ਨੂੰ ਭੇ ਨਾਮ ਵੀ ਧਾਨ ਖਾਂਦੇ ਆ, ਉਹੀ ਸਵਾਦ ਆਵੇਗਾ। ਭਾਵ ਬ੍ਰਹਮ ਭੋਜ ਤਾਂ ਖੱਤਰੀ ਨੇ ਕੀਤਾ ਹੈ, ਪਰ ਬ੍ਰਾਹਮਣਾਂ ਨੂੰ ਬ੍ਰਹਮ ਭੋਜ ਦਾ ਸਤੋਗੁਣੀ ਸਵਾਦ ਨਹੀਂ ਆਵੇਗਾ, ਉਹਨਾਂ ਨੂੰ ਤਾਮਸੀ ਸਵਾਦ ਹੀ ਆਵੇਗਾ। ਕਿਉਂਕਿ ਜਿਹੋ ਜਿਹਾ ਅੰਨ ਉਹੋ ਜਿਹਾ ਮਨ, ਸਿਆਣੇ ਕਹਿੰਦੇ ਹੋ ਜਾਂਦਾ। ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰਹਿ ਆਹਾਰ। ਹੇ ਖੱਤਰੀ, ਤੁਹਾਡੀ ਝੂਠੀ ਹੀ ਰਾਸ ਪੂੰਜੀ ਹੈ। ਤੁਹਾਡੇ ਪਿੱਤਰਾਂ ਦੇ ਪੂਜਣ ਦੀ ਸ਼ਰਧਾ ਰੂਪੀ ਰਾਸ ਪੂੰਜੀ ਵੀ ਝੂਠੀ ਆ, ਅਤੇ ਕੂੜਾ ਝੂਠਾ ਹੀ ਵਪਾਰ ਵਣਜ ਕਰਦੇ ਹੋ। ਭਾਵ ਖੋਟੀ ਭਾਵਨਾ ਕਰਕੇ ਮੰਦ ਕਰਮ ਕਰਨ ਰੂਪ ਵਣਜ ਕਰਦੇ ਹੋ। ਝੂਠ ਬੋਲ ਕੇ ਆਹਾਰ ਭੋਜਨ ਖਾਣਾ ਕਰਦੇ ਹੋ। ਝੂਠ ਬੋਲਣ ਕਰਕੇ ਹੀ ਅੰਨ ਕਮਾਉਂਦੇ ਹੋ ਅਤੇ ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਤੁਹਾਡੇ ਹਿਰਦੇ ਵਿੱਚੋਂ ਸਰਮ ਲੱਜਿਆ ਅਤੇ ਧਰਮ ਦਾ ਡੇਰਾ ਸਥਾਨ ਦੂਰ ਹੀ ਚਲਾ ਗਿਆ। ਭਾਵ ਆਪਣੇ ਵੱਡਿਆਂ ਅਵਤਾਰਾਂ ਦੇ ਕਰਤੱਵ ਭੁੱਲ ਗਏ ਹੋ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਤੁਹਾਡੇ ਹਿਰਦੇ ਅੰਦਰ ਝੂਠ ਹੀ ਪਰਿਪੂਰਨ ਹੋ ਰਿਹਾ। ਮੱਥੈ ਟਿੱਕਾ ਤੇੜ ਧੋਤੀ ਕਖਾਈ, ਮਸਤਕ 'ਤੇ ਮੱਥੇ 'ਤੇ ਤਿਲਕ ਲੱਗਿਆ ਹੁੰਦਾ ਅਤੇ ਤੇੜ ਕਮਰ ਲੱਕ ਦੁਆਲੇ, ਕਖਾਈ ਭਾਵੇਂ ਭਗਵੇਂ ਰੰਗ ਦੀ ਹਿਰਮਚੀ ਰੰਗ 5 ਮਰੋੜੀਆਂ ਵਾਲੀ ਧੋਤੀ ਬੱਧੀ ਹੁੰਦੀ। ਭਾਵ ਹਿੰਦੂ ਬ੍ਰਾਹਮਣਾਂ ਦੀ ਧੋਤੀ 5 ਜਗ੍ਹਾ ਟੰਗੀ ਹੁੰਦੀ ਹੈ। ਹੱਥ ਛੁਰੀ ਜਗਤ ਕਾ ਸਾਈ, ਤੁਹਾਡੇ ਹੱਥ ਵਿੱਚ ਕਲਮ ਰੂਪੀ ਛੁਰੀ ਪਕੜੀ ਹੋਈ ਆ। ਸਾਰੇ ਸੰਸਾਰ ਦੇ ਕਸਾਈ ਹੋ, ਜਗਤ ਦੇ ਕਾਸਾਈ ਮਾਸ ਕੱਟਣ ਵਾਲੇ ਹੋ ਕੇ ਹਿੰਸਾ ਕਮਾਉਂਦੇ ਹੋ ਅਤੇ ਤੁਹਾਡੀ ਛੁਰੀ ਵਗਾਉਣ ਵਾਲਿਆਂ ਖੱਤਰੀਆਂ ਦੀ ਹੁਣ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਕੀ ਕੀ ਸ਼ਕਲ ਬਣ ਰਹੀ ਆ। ਨੀਲ ਵਸਤਰ ਪਹਿਰ ਹੋਵਹਿ ਪਰਵਾਨ, ਨੀਲੇ ਬਸਤਰ ਪਹਿਨ ਕੇ ਮੁਸਲਮਾਨਾਂ ਦੀ ਨਜ਼ਰ ਵਿੱਚ ਪ੍ਰਮਾਣਿਕ ਹੁੰਦੇ ਹੋ। ਮਲੇਸ਼ ਧਾਨ ਲੈ ਪੂਜੈ ਪੁਰਾਣ, ਮਲੇਸ਼ ਤੁਰਕਾਂ ਦਾ ਮਲ ਏਸ਼ ਮੈਲ ਦੀ ਇੱਛਾ ਕਰਨ ਵਾਲੇ ਤੁਰਕਾਂ ਦਾ ਅਨਾਜ ਭਾਵ ਧਨ ਪਦਾਰਥ ਲੈ ਕਰਕੇ ਆਪਦਿਆਂ ਪੁਰਾਣਾਂ ਦੀ ਪੂਜਾ ਕਰਦੇ ਹੋ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੈ ਨ ਜਾਣਾ। ਫਿਰ ਕਾਜੀ ਨੂੰ ਬੁਲਾ ਕੇ ਇਲ ਲੀਲਾ ਆਦਿ ਕਲਮਾਂ ਪੜ੍ਹ ਕੇ, ਭਾਵ ਤੁਹਾਡੇ ਮਤ ਅਨੁਸਾਰ ਅਭਾਖਿਆ ਨਾ ਬੋਲਣ ਯੋਗ ਬੋਲੀ, ਭਾਵ ਮਲੇਸ਼ ਭਾਖਸ਼ਾ ਦਾ ਕੁੱਠਾ ਜਿਬਾ ਭਾਵ ਹਲਾਲ ਕਰਕੇ ਮਾਰਿਆ ਹੋਇਆ ਬੱਕਰੇ ਦਾ ਮਾਸ ਖਾਂਦੇ ਹੋ। ਫਿਰ ਕਹਿੰਦੇ ਹੋ ਕਿ ਸਾਡੇ ਚੌਂਕੇ ਉੱਤੇ ਕਿਸੇ ਨੇ ਨਾ ਜਾਣਾ, ਕਿਉਂਕਿ ਚੌਂਕਾ ਸੁੱਚਾ ਹੈ, ਪਿੱਟਿਆ ਨਾ ਜਾਵੇ। ਦੇ ਕਹਿ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਜਦੋਂ ਅਪਵਿੱਤਰ ਮਾਸ ਰਿੰਨ੍ਹਦੇ ਹੋ ਤਾਂ ਚੌਂਕਾ ਦੇ ਕਰਕੇ ਕਾਰ ਲਕੀਰ ਕੱਢ ਦਿੰਦੇ ਹੋ ਕਿ ਇਸ ਹੱਦ ਦੇ ਅੰਦਰ ਕਿਸੇ ਦਾ ਹੋਰ ਪਰਛਾਵਾਂ ਨਾ ਪਵੇ। ਪਰੰਤੂ ਕੂੜਿਆਰ ਝੂਠੇ ਪਾਖੰਡੀ ਭੋਜਨ ਬਣਾਉਣ ਵਾਸਤੇ ਜਾਂ ਖਾਣ ਵਾਸਤੇ ਚੌਕੇ ਉੱਤੇ ਆ ਕੇ ਬਹਿ ਜਾਂਦੇ ਹਨ। ਮਤ ਪਿੱਟੈ ਵੇ ਮਤ ਪਿੱਟੈ, ਇਹੋ ਅੰਨ ਅਸਾਡਾ ਫਿੱਟੈ। ਦੂਸਰਿਆਂ ਨੂੰ ਕਹਿੰਦੇ ਹਨ ਕਿ ਵੇ ਤੋਂ ਭਾਵ ਹੇ ਭਾਈ ਸਾਨੂੰ ਮਤਾਂ ਪਿੱਟੈ ਛੋ ਜਾਇਓ, ਮਤਾਂ ਸਾਨੂੰ ਛੋ ਜਾਇਓ, ਕਿਉਂਕਿ ਤੁਹਾਡੇ ਛੋਹਣ ਨਾਲ ਸਾਡਾ ਇਹ ਅੰਨ ਖਾਣਯੋਗ ਖਰਾਬ ਹੋ ਜਾਵੇਗਾ, ਖਾਣਯੋਗ ਨਹੀਂ ਰਵੇਗਾ, ਭਾਵ ਵਿਗੜ ਜਾਵੇਗਾ। ਤਨ ਫਿੱਟੈ ਫੇੜ ਕਰੇਨ, ਮਨ ਜੂਠੈ ਚੁਲੀ ਭਰੇਨ। ਹੇ ਭਾਈ ਤੁਹਾਡੇ ਤਨ ਸਰੀਰ ਵਿਕਾਰਾਂ ਨਾਲ ਫਿੱਟੈ ਧਰਕਾਰੇ ਹੋਏ ਆ, ਜਿਸ ਕਰਕੇ ਤੁਸੀਂ ਮਾੜੇ ਫੇੜ ਕਰਮਾਂ ਦੀ ਕਿਰਿਆ ਨੂੰ ਕਰਦੇ ਹੋ
ਅਤੇ ਤੁਹਾਡੇ ਮਨ ਹਿਰਦੇ ਖੋਟੇ ਸੰਕਲਪਾਂ ਕਰਕੇ ਝੂਠੇ ਅਪਵਿੱਤਰ ਹਨ। ਅੰਨ ਆਦਿਕ ਦੀ ਬ੍ਰਹਮ ਹਵੀ ਬ੍ਰਹਮ ਅਰਪਣ ਕਹਿ ਕੇ ਚੁਲੀਆਂ ਭਰੇਨ ਭਰਦੇ ਹੋ, ਭਾਵ ਮੂੰਹ ਨਾਲ ਚੁਲੀਆਂ ਭਰ ਭਰ ਕੇ ਸੁੱਚੇ ਬਣ ਰਹੇ ਹੋ। ਅੱਗੇ ਪ੍ਰਸ਼ਨ ਸੀ, ਹੈ ਸਤਿਗੁਰੂ ਜੀ, ਫਿਰ ਅਸੀਂ ਸੁੱਚੇ ਕਿਵੇਂ ਹੋ ਸਕਦੇ ਹਾਂ? ਸਤਿਗੁਰੂ ਗੁਰ ਉੱਤਰ ਦਿੰਦੇ ਹਨ, ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੈ ਤਾ ਸੱਚ ਪਾਈਐ। ਸਤਿਗੁਰੂ ਜੀ ਕਥਨ ਕਰਦੇ ਆ ਕਿ ਸੱਚੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ, ਜਿਸ ਨਾਲ ਮਨ ਤੇ ਤਨ ਦੀ ਸੁੱਚ ਹੋ ਜਾਂਦੀ ਹੈ। ਇਹ ਸੁੱਚ ਪਵਿੱਤਰਤਾ ਹੋਵੇ ਤਾਂ ਸੱਚੇ ਪਰਮੇਸ਼ਰ ਨੂੰ ਪਾ ਲਈਦਾ ਹੈ, ਤਾਂ ਕਰਕੇ ਸੱਚਾ ਪਰਮੇਸ਼ਰ ਮਿਲਦਾ ਹੈ। ਫਿਰ ਪ੍ਰਸ਼ਨ ਸੀ ਕਿ ਵਿਗੜੇ ਹੋਏ ਸੁਧਰ ਵੀ ਸਕਦੇ ਆ? ਪਾਤਸ਼ਾਹ ਫਰਮਾਉਂਦੇ ਆ, ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੈ ਤਾ ਸੱਚ ਪਾਈਐ। ਸਤਿਗੁਰੂ ਜੀ ਕਥਨ ਕਰਦੇ, ਜੇ ਪੂਰੇ ਸਤਿਗੁਰਾਂ ਦੇ ਨਾਲ ਮਿਲ ਕੇ ਸੱਚੇ ਨੂੰ ਧਿਆਉਣਾ ਕਰਨ ਤਾਂ ਉਹਨਾਂ ਪੁਰਖਾਂ ਦੇ ਹਿਰਦੇ 'ਚੋਂ ਅਵਿਦਿਆ ਦੀ ਝੂਠ ਨਿਕਲ ਕੇ ਪਵਿੱਤਰਤਾ ਹੋ ਜਾਵੇਗੀ ਅਤੇ ਫਿਰ ਸੱਚ ਸਰੂਪ ਨੂੰ ਪਾ ਲੈਣਗੇ। ਪੌੜੀ ਚਿਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ। ਪਰਮੇਸ਼ਰ ਦੇ ਚਿਤੈ ਕਹੀਏ ਚਿੱਤ ਵਿੱਚ ਸਾਰਾ ਕੋਈ ਵਰਤਾਰਾ ਵਰਤ ਰਿਹਾ। ਜਿਵੇਂ ਜੀਵ ਦੇ ਪੇਟ ਅੰਦਰ ਕੀੜੇ ਹੁੰਦੇ, ਇਉਂ ਸਾਰੇ ਬ੍ਰਹਿਮੰਡ ਉਸ ਵਾਹਿਗੁਰੂ ਦੇ ਸਰੂਪ ਅੰਦਰ ਹੀ ਹਨ। ਸਾਰਾ ਗਿਆਤ ਚੇਤਨ ਬ੍ਰਹਮ ਦੇ ਅੰਦਰ ਹੀ ਹੈ। ਹੋਰ ਸਾਰਾ ਕੁਝ ਜੜ ਸੰਘਾਤ ਹੀ ਹੈ। ਜੋ ਕੁਝ ਦਿਸ ਰਿਹਾ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਹੀ ਸਭ ਕੋਈ ਹੈ। ਸਭ ਕੋਈ ਦਫ਼ਤਰ ਲੇਖੇ ਵਿੱਚ ਹੀ ਹੈ। ਉਹ ਚੇਤਨ ਸਰੂਪ ਸਾਰਿਆਂ ਨੂੰ ਵੇਖਦਾ ਹੈ ਅਤੇ ਆਪਣੀ ਨਦਰੀ ਦ੍ਰਿਸ਼ਟੀ ਹੇਠ ਥੱਲੇ ਚਲਾਏ ਦਾ ਕੀਏ ਚਲਾ ਰਿਹਾ ਹੈ। ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਏ ਦਾ। ਫਿਰ ਆਪ ਹੀ ਗੁਰਮੁਖ ਜਨਾਂ ਨੂੰ ਸ਼ੁਭ ਗੁਣਾਂ ਦੀ ਵਡਿਆਈਆ ਉਚਤਾ ਭਾਵ ਭਗਤੀ ਦੀਆਂ ਬ੍ਰਹਮ ਵਿਦਿਆ ਦੀਆਂ ਵਡਿਆਈਆਂ ਬਖਸ਼ ਦਿੰਦਾ ਹੈ। ਆਪ ਹੀ ਗੁਰਮੁਖ ਜਨਾਂ ਤੋਂ ਨਿਸ਼ਕਾਮ ਕਰਮਾਂ ਨੂੰ ਕਰਵਾਉਂਦਾ ਹੈ। ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੈ ਲਾਏ ਦਾ। ਉਹ ਵਾਹਿਗੁਰੂ ਵੱਡਾ ਜੋ ਬ੍ਰਹਮਾ ਹੈ, ਵੱਡਾ ਜੋ ਵਿਸ਼ਨੂੰ ਹੈ, ਵੱਡਾ ਜੋ ਸ਼ਿਵ ਜੀ ਹੈ, ਇਹਨਾਂ ਸਾਰਿਆਂ ਵੱਡਿਆਂ ਤੋਂ ਵੱਡਾ ਹੈ। ਹਿਰਨ ਗਰਭ ਵੈਰਾਟ ਅਭਿਆ ਕ੍ਰਿਤ ਆਦਿ ਸਾਰਿਆਂ ਤੋਂ ਵੀ ਵੱਡਾ ਹੈ ਅਤੇ ਉਸ ਦੀ ਮੇਦਨੀ ਸ੍ਰਿਸ਼ਟੀ ਵੀ ਵੱਡੀ ਆ। ਪਰਮੇਸ਼ਰ ਆਪ ਹੀ ਸਾਰਿਆਂ ਨੂੰ ਸਿਰੇ ਸਿਰ ਭਿੰਨ ਭਿੰਨ ਰਚ ਰਚ ਕੇ ਵੱਖਰੇ ਵੱਖਰੇ ਕੰਮ ਧੰਦਿਆਂ ਵਿੱਚ ਲਾਉਂਦਾ ਹੈ, ਕਿਉਂਕਿ ਜਿਨ ਜਗਤ ਉਪਾਇਆ ਧੰਦੈ ਲਾਇਆ। ਪਾਤਸ਼ਾਹ ਫਰਮਾਉਂਦੇ ਆ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਏ ਦਾ। ਪਰਮੇਸ਼ਰ ਜੇਕਰ ਕਿਸੇ ਦੇ ਹੰਕਾਰ ਜਾਂ ਕੁਕਰਮ ਨੂੰ ਵੇਖ ਕੇ ਆਪਣੀ ਨਦਰ ਉਲਟੀ ਦ੍ਰਿਸ਼ਟੀ ਕਰ ਦੇਵੇ ਤਾਂ ਉਸ ਵੇਲੇ ਸੁਲਤਾਨਾ ਭਾਵ ਬਾਦਸ਼ਾਹਾਂ ਰਾਜਿਆਂ ਦੇ ਪਾਸੋਂ ਵੀ ਘਾਹ ਕੱਖ ਖਾਣਾ ਕਰਾਉਂਦਾ ਹੈ, ਘਾਹ ਖਦਵਾਉਣਾ ਕਰਾਉਂਦਾ ਹੈ। ਅਨੇਕਾਂ ਬਾਦਸ਼ਾਹਾਂ ਦੇ ਘਾਹ ਖੋਦਣ ਦੇ ਪ੍ਰਸੰਗ ਇਤਿਹਾਸ ਵਿੱਚ ਮਿਲਦੇ ਆ। ਦਰ ਮੰਗਨ ਭਿੱਖ ਨ ਪਾਏ ਦਾ। ਕਾਹੀ ਤੋਂ ਵੀ ਨੀਵੇਂ ਐਸੇ ਮੰਗਤੇ ਬਣਾ ਦਿੰਦਾ ਹੈ ਕਿ ਦਰਾਂ ਵਿੱਚੋਂ ਮੰਗਣ 'ਤੇ ਵੀ ਭਿੱਖਿਆ ਨਹੀਂ ਪੈਂਦੀ। ਜਿਵੇਂ ਇਤਿਹਾਸ ਵਿੱਚ ਆਉਂਦਾ, ਮੁਗਲ ਬਾਦਸ਼ਾਹਾਂ ਦੇ 4 ਦਿੱਲੀ, ਆਗਰਾ, ਲਾਹੌਰ ਅਤੇ ਕਲਾਨੌਰ ਤਖਤ ਸਨ। ਇਹਨਾਂ ਤਖਤਾਂ ਦਾ ਮਾਲਕ ਸ਼ਾਹਜਹਾਨ ਬਾਦਸ਼ਾਹ ਸੀ। ਇਹ ਲਾਹੌਰ ਪਹੁੰਚਿਆ ਹੋਇਆ ਸੀ। ਇੱਕ ਸਿੱਖ ਸੰਮਣ ਮੂਸਣ ਦੇ ਬੁਰਜ ਦੇ ਕੋਲ ਨਦੀ ਵਿੱਚ ਇਸ਼ਨਾਨ ਕਰਕੇ ਉੱਚੇ ਉੱਚੇ ਸ੍ਰੀ ਆਸਾ ਜੀ ਦੀ ਵਾਰ ਦਾ ਪਾਠ ਕਰਦਾ ਜਾ ਰਿਹਾ ਸੀ। ਸ਼ਾਹਜਹਾਨ ਦੇ ਕੰਨਾਂ ਵਿੱਚ ਜਦੋਂ ਇਹ ਆਵਾਜ਼ ਪਈ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਏ ਦਾ, ਇਹ ਸੁਣ ਕੇ ਸਿੱਖ ਨੂੰ ਕੋਲ ਬੁਲਾ ਕੇ ਨਰਾਦਰ ਦੇ ਸ਼ਬਦ ਬੋਲਿਆ ਕਿ ਤੂੰ ਇਹ ਕੀ ਪੜ੍ਹਦਾ ਜਾ ਰਿਹਾ? ਬਾਦਸ਼ਾਹ ਬਣ ਕੇ ਵੀ ਕੋਈ ਭਲਾ ਘਾਹ ਖਾ ਸਕਦਾ? ਤਾਂ ਉਸ ਸਿੱਖ ਨੇ ਕਿਹਾ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਧੁਰ ਕੀ ਬਾਣੀ ਹੈ ਜੋ ਸਦੀਵ ਸੱਚ ਹੈ। ਜੇ ਪਰਮੇਸ਼ਰ ਦੀ ਨਜ਼ਰ ਉਲਟੀ ਹੋ ਜਾਵੇ ਤਾਂ ਬਾਦਸ਼ਾਹ ਤੋਂ ਵੀ ਘਾਹ ਖਵਾ ਸਕਦਾ ਹੈ। ਸਿੱਖ ਤਾਂ ਆਪਣਾ ਨਿਸ਼ਚਾ ਦ੍ਰਿੜ ਜਣਾ ਕੇ ਚਲਾ ਗਿਆ।
ਸਮਾਂ ਪਾ ਕੇ ਸ਼ਾਹਜਹਾਨ ਨੂੰ ਔਰੰਗਜ਼ੇਬ ਨੇ ਆਪਣੀ ਚਲਾਕੀ ਨਾਲ ਦਿੱਲੀ ਤੋਂ ਕੈਦ ਕਰ ਲਿਆ। ਜਦੋਂ ਦਿੱਲੀ ਤੋਂ ਆਗਰੇ ਕੈਦ ਕਰਕੇ ਲਿਜਾਇਆ ਜਾ ਰਿਹਾ ਸੀ ਤਾਂ ਇਸ ਨੂੰ ਅੰਨ ਪਾਣੀ ਤੋਂ ਇਤਨਾ ਭੁੱਖਾ ਰੱਖਿਆ ਗਿਆ ਕਿ ਜੋ ਭੁੱਖ ਦਾ ਦੁੱਖ ਅਸਹਿ ਹੋ ਗਿਆ। ਹਾਥੀ 'ਤੇ ਕੈਦ ਹੋਏ ਸ਼ਾਹਜਹਾਨ ਨੇ ਕਿਹਾ ਕਿ ਮੈਂ ਲਘੂ ਕਿਰਿਆ ਕਰਨੀ ਹੈ, ਭਾਵ ਪਿਸ਼ਾਬ ਕਰਨਾ ਹੈ। ਇਸ ਬਹਾਨੇ ਛੋਲਿਆਂ ਦੇ ਖੇਤ ਵਿੱਚ ਮੂੰਹ ਮਾਰਿਆ ਅਤੇ ਗੁਰੂ ਨਾਨਕ ਦੇਵ ਜੀ ਦਾ ਬਚਨ ਯਾਦ ਕਰਕੇ ਰੋ ਪਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਹੀ ਕਿਹਾ ਹੈ ਕਿ ਜੇ ਪ੍ਰਮਾਤਮਾ ਦੀ ਨਦਰ ਉਲਟੀ ਹੋ ਜਾਵੇ ਤਾਂ ਬਾਦਸ਼ਾਹ ਤੋਂ ਵੀ ਘਾਹ ਖਵਾ ਸਕਦਾ ਹੈ। ਸੋ ਸਤਿਗੁਰੂ ਕਿਰਪਾ ਕਰਨ, ਸਾਡਾ ਵੀ ਨਿਸ਼ਚਾ ਭਰੋਸਾ ਗੁਰਬਾਣੀ 'ਤੇ ਪੂਰਨ ਭਰੋਸਾ ਹੋਵੇ। ਜੋ ਸਤਿਗੁਰੂ ਧੁਰ ਕੀ ਬਾਣੀ ਰਾਹੀਂ ਸਾਨੂੰ ਫਰਮਾਉਂਦੇ ਹਨ, ਸਾਡੇ ਮਨ ਬਿਰਤੀਆਂ ਇਕਾਗਰ ਹੋ ਕੇ ਸਾਡੇ ਹਿਰਦਿਆਂ 'ਚ ਵਸੇ। ਅੱਜ ਇਤਨੀ ਵਿਚਾਰ ਆਪ ਜੀ ਨਾਲ ਸਾਂਝ ਪਾ ਸਕੇ ਹਾਂ। 16 ਸ਼ਲੋਕ ਸਮੇਤ ਪੌੜੀਆਂ ਦੇ ਇੱਥੋਂ ਤੱਕ ਸੰਪੂਰਨ ਹੋਏ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।